पंजाब दीआं चोणां तो पहलां किसान आगू गुरनाम चडूणी दा वड्डा बयान। बोले चोणां लड़ के सरकार बनाउण पंजाब दे किसान आगू बिना सत्ता चाहे नहीं बदल सकते किसानां दे हालात। चडूणी दे बयान तो पंजाब दीआं किसान जथेबंदियां ने कीता किनारा। बोले साडा चोण लड़न दा नहीं है कोई प्लान। चडूणी दे बयान नूं दस्सिया निजी। ਅੱਜ ਹੋਵੇਗਾ ਮੋਦੀ ਕੈਬਨਿਟ ਦਾ ਵਿਸਥਾਰ। 20 ਤੋਂ ਜ਼ਿਆਦਾ ਨਵੇਂ ਚਿਹਰਿਆਂ ਨੂੰ ਕੈਬਨਿਟ 'ਚ ਮਿਲ ਸਕਦੀ ਹੈ ਥਾਂ, ਪਰ ਪੰਜਾਬ ਤੋਂ ਕਿਸੇ ਦਾ ਨਾਮ ਨਹੀਂ ਹੈ ਚਰਚਾ 'ਚ। ਵਿਸਥਾਰ ਤੋਂ ਪਹਿਲਾਂ ਅੱਜ ਹੋਣ ਵਾਲੀ ਮੋਦੀ ਕੈਬਨਿਟ ਦੀ ਬੈਠਕ ਰੱਦ। ਪੰਜਾਬ ਸਰਕਾਰ 'ਚ ਵੀ ਜਲਦ ਹੋਵੇਗਾ ਵੱਡਾ ਫੇਰ-ਬਦਲ। ਸੂਬਾ ਇਕਾਈ 'ਚ ਬਦਲਾਵ ਤੈਅ। ਕੈਪਟਨ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ 'ਚ ਸੁਰਾ ਦਾ ਫਾਰਮੂਲਾ ਲਗਭਗ ਫਾਈਨਲ। ਹੁਣ ਬਸ ਰਸਮੀ ਐਲਾਨ ਹੋਣਾ ਬਾਕੀ। पंजाब च बिजली संकट बरकरार। अजे तक नहीं शुरू हुई तलवंडी साबो दी यूनिट। सरकार ने 10 जुलाई तक सारे वड्डे उद्योग बंद करने दे दिते निर्देश। मलोट च बिजली कट्टां तो परेशान लोकां दा फुटिया गुस्सा। भड़के लोकां ने बिजली ग्रिड नूं पाया घेरा। कल रात तो नहीं आई बिजली। साबका गैंगस्टर कुलबीर नरवाणा दा गोलियां मार के कतल। बठिंडा च घर दे अंदर वड़ के कीते गए कई राउंड फायर। नरवाणा दे करीबी मन्ना नहीं मारियां गोलियां। गुरदासपुर च बरामद होया हथियारां दा जखीरा। AK-47 दे मैगजीन ते रौंद सने पिस्तौल हुई बरामद। जमीन हेठां दबे मिले हथियार। नहीं रुक रहा तेल दीआं कीमतां वधण दा सिलसिला। अज फिर पेट्रोल 35 पैसे तां डीजल 17 पैसे होया महंगा। पंजाब तो बाद दिल्ली च भी 100 दे पार पहुंचे पेट्रोल दे रेट। नहीं रहे दिग्गज अदाकार दिलीप कुमार। मुंबई दे हिंदुजा हस्पताल च लए आखिरी साह। प्रधानमंत्री मोदी ने पत्नी सारा बानो नाल फोन ते गल कर जताया सोग। ਤੇ ਗੱਲ ਕਰਾਂਗੇ ਪੰਜਾਬ ਦੇ ਵਿੱਚ ਬਿਜਲੀ ਸੰਕਟ ਦੀ ਜੋ ਲਗਾਤਾਰ ਬਰਕਰਾਰ ਹੈ। ਪੰਜਾਬ 'ਚ ਬਿਜਲੀ ਸੰਕਟ ਤੋਂ ਅਜੇ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ। ਅਜੇ ਤੱਕ ਤਲਵੰਡੀ ਸਾਬੋ ਦਾ ਦੂਜਾ ਯੂਨਿਟ ਸ਼ੁਰੂ ਨਹੀਂ ਹੋਇਆ ਹੈ। ਬੋਇਲਰ 'ਚ ਲੀਕੇਜ ਦੀ ਵਜ੍ਹਾ ਕਰਕੇ ਇਸ ਯੂਨਿਟ ਨੂੰ ਬੰਦ ਕੀਤਾ ਗਿਆ ਸੀ, ਪਰ ਅਜੇ ਤੱਕ ਇਹ ਦੁਬਾਰਾ ਸ਼ੁਰੂ ਨਹੀਂ ਹੋਇਆ ਹੈ। ਪਲਾਂਟ ਦਾ ਇੱਕ ਯੂਨਿਟ 8 ਮਾਰਚ ਤੋਂ ਹੀ ਬੰਦ ਪਿਆ ਹੈ। 3 ਯੂਨਿਟਾਂ 'ਚੋਂ ਯਾਨੀ ਕਿ ਸਿਰਫ ਇੱਕ ਯੂਨਿਟ ਹੀ ਇਸ ਵੇਲੇ ਕੰਮ ਕਰ ਰਹੀ ਹੈ। ਯੂਨਿਟ ਦੀ ਬਿਜਲੀ ਉਤਪਾਦਨ ਸਮਰੱਥਾ ਵੀ ਘੱਟ ਹੋ ਗਈ ਹੈ। महज 475 मेगावाट बिजली का ही उत्पादन हो रहा है। तलवंडी साबो प्लांट की समर्था 1980 मेगावाट है, पर इस वेले तलवंडी साबो की जेकर गल की जाए जिसके 3 यूनिट ने उन्होंने विचों सिर्फ एक यूनिट काम कर रहा है, क्योंकि प्लांट का एक यूनिट तो 8 मार्च तो ही बंद पिया है। दूजा यूनिट जो है वह भी अजे तक शुरू नहीं होया, क्योंकि बॉयलर च लीकेज की वजह करके यूनिट बंद है। सवाल पंजाब की जनता यही कर रही है कि आखिरकार इस बिजली संकट तो निजात कदों मिलेगी, क्योंकि गर्मी का कहर लगातार जारी है तो अजिहे च जारी है लंबे लंबे कट्टां दा सिलसिला। गौरव शुक्ला साडे सहयोगी जुड़े ने ज्यादा जानकारी दे लई। तो गौरव, सवाल यही है कि आखिरकार गर्मी तो बेहाल लोकां नूं राहत कदों मिलेगी, पर अजे राहत मिलती हुई नजर किते नहीं आ रही, क्योंकि जो यूनिट ने वो बंद पे ने, मंग वध रही है पर वो सप्लाई घटी जा रही है। ਪਹਿਲਾਂ ਤਾਂ ਤਲਵੰਡੀ ਸਾਬੋ ਯੂਨਿਟ ਨੂੰ ਲੈ ਕੇ ਐਕਸਕਲੂਸਿਵ ਜਾਣਕਾਰੀ ਹੈ ਨਿਊਜ਼ 18 ਦੇ ਕੋਲ ਕਿ ਆਖਿਰ ਉੱਥੇ ਹੋ ਕੀ ਰਿਹਾ। 3 ਯੂਨਿਟਸ ਨੇ ਟੋਟਲ, ਜਿਹੜੇ 3 ਥਰਮਲ ਪਲਾਂਟ ਪ੍ਰਾਈਵੇਟ ਇਸ ਸਮੇਂ ਪੰਜਾਬ ਦੇ ਵਿੱਚ ਹੈਗੇ। ਉਹਦੇ ਵਿੱਚ ਇੱਕ ਤਲਵੰਡੀ ਸਾਬੋ ਹੈ, ਇੱਕ ਰਾਜਪੁਰ ਹੈ ਤੇ ਇੱਕ ਗੋਇੰਦਵਾਲ ਸਾਹਿਬ ਹੈ। ਤੇ ਤਲਵੰਡੀ ਸਾਬੋ ਦੇ 3 ਯੂਨਿਟ ਹੈ। 680 ਮੈਗਾਵਾਟ ਪਰ ਯੂਨਿਟ ਤੋਂ ਉੱਥੇ ਜਿਵੇਂ ਤੁਸੀਂ ਵੀ ਜ਼ਿਕਰ ਕਰ ਰਹੇ ਸੀ, ਯਾਨੀ ਕਰੀਬ 2000 ਮੈਗਾਵਾਟ ਦੀ ਬਿਜਲੀ ਪ੍ਰੋਡਕਸ਼ਨ ਹੋ ਸਕਦੀ ਹੈ। ਪਰ ਜੋ ਇਸ ਸਮੇਂ ਸਾਡੇ ਕੋਲ ਜਾਣਕਾਰੀ ਹੈ ਕਿ ਸਿਰਫ 475 ਹੀ ਮੈਗਾਵਾਟ ਹੋ ਰਹੀ ਹੈ। ਇੱਕੋ ਯੂਨਿਟ ਉੱਥੇ ਆਪਰੇਟਿੰਗ ਹੈ। ਤੇ ਹੁਣ ਇਸ ਦੇ ਵਿੱਚ ਖਬਰ ਇਹ ਹੈ ਕਿ 4 ਜੁਲਾਈ ਨੂੰ ਇੱਕ ਜਿਹੜਾ ਯੂਨਿਟ ਸੈਕੰਡ ਖਰਾਬ ਹੋਇਆ ਸੀ, ਉਸਨੂੰ 6 ਜੁਲਾਈ ਨੂੰ ਯਾਨੀ ਕਿ ਕੱਲ ਮੰਗਲਵਾਰ ਨੂੰ ਇੱਕ ਵਾਰੀ ਫਿਰ ਤੋਂ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਸਦੇ ਜਿਹੜੇ ਬੋਇਲਰਸ ਨੇ ਉਸਦੇ ਵਿੱਚ ਲੀਕੇਜ ਹੋਈ ਸੀ। ਉਸ ਲੀਕੇਜ ਦੀ ਵਜ੍ਹਾ ਦੇ ਨਾਲ ਜਿਹੜੀਆਂ ਟਰਬਾਈਨਸ ਨੇ ਉਹਨਾਂ ਦੇ ਵਿੱਚ ਫਾਲਟ ਆਇਆ। ਉਸ ਨੂੰ ਦਰੁਸਤ ਕਰਕੇ ਮੰਗਲਵਾਰ ਨੂੰ ਇੱਕ ਵਾਰ ਫਿਰ ਤੋਂ ਟਰਾਈ ਕੀਤਾ ਗਿਆ ਕਿ ਉਸਨੂੰ ਦੁਬਾਰਾ ਚਲਾ ਦਿੱਤਾ ਜਾਵੇ, ਪਰ ਉਸਦੀਆਂ ਟਰਬਾਈਨਸ ਜਦੋਂ ਚਲਾਈਆਂ ਗਈਆਂ ਤਾਂ ਫਾਲਟ ਦੁਬਾਰਾ ਆਇਆ। ਔਰ ਅਜਿਹਾ ਫਾਲਟ ਦੱਸਿਆ ਜਾ ਰਿਹਾ ਕਿ ਹੋ ਸਕਦਾ ਕਿ ਕੁਝ 24-48 ਘੰਟੇ ਹੋਰ ਲੱਗ ਜਾਣ ਉਸਨੂੰ ਦਰੁਸਤ ਕਰਨ ਵਾਸਤੇ, ਯਾਨੀ ਕਿ ਫਿਲਹਾਲ ਸੈਕੰਡ ਯੂਨਿਟ ਵੀ ਨਹੀਂ ਚਾਲੂ ਹੋਇਆ। ਔਰ ਜਿਹੜੀ ਥਰਡ ਯੂਨਿਟ ਦਾ ਅਸੀਂ ਗੱਲ ਕਰ ਰਹੇ ਹਾਂ ਉਹ ਤਾਂ 8 ਮਾਰਚ ਤੋਂ ਹੀ ਬੰਦ ਹੈ, ਯਾਨੀ ਕਰੀਬ 3 ਮਹੀਨੇ 4 ਮਹੀਨੇ ਆਲਰੇਡੀ ਹੋ ਚੁੱਕੇ ਨੇ ਕਿ ਉਹ 8 ਮਾਰਚ ਤੋਂ ਬੰਦ ਹੈ। ਉਸ ਨੂੰ ਲੈ ਕੇ ਕੋਈ ਅਪਡੇਟ ਫਿਲਹਾਲ ਉੱਥੋਂ ਨਹੀਂ ਮਿਲ ਰਿਹਾ। ਯਾਨੀ ਕਿ 3 ਯੂਨਿਟਸ ਨੇ ਅਹਿਮ ਸਭ ਤੋਂ ਪੰਜਾਬ ਦਾ ਬਿਜਲੀ ਘਰ ਇਸ ਸਮੇਂ ਖਾਸ ਤੌਰ ਤੇ ਪ੍ਰਾਈਵੇਟ ਥਰਮਲ ਪਲਾਂਟਸ ਦੇ ਵਿੱਚ
ਤੇ ਉਸ ਦੇ ਵਿੱਚੋਂ ਵੀ ਸਿਰਫ 1 ਯੂਨਿਟ ਕੰਮ ਕਰ ਰਿਹਾ ਤੇ ਉਸ ਦੀ ਵੀ ਜਿਹੜੀ ਪ੍ਰੋਡਕਸ਼ਨ ਪਾਵਰ ਹੈਗੀ ਹੈ, ਕੈਪੈਸਿਟੀ ਹੈ, ਜਿਹੜੀ ਸਮਰੱਥਾ ਹੈ, ਉਹ ਵੀ 680 ਦੇ ਉੱਪਰ ਨਹੀਂ ਆ, ਉਹ ਵੀ ਘਟ ਕੇ 475 ਹੋ ਗਈ ਹੈ। ਆਮ ਤੌਰ ਤੇ ਜਿੰਨੀ ਕੈਪੈਸਿਟੀ ਹੁੰਦੀ ਹੈ ਪ੍ਰੋਡਕਸ਼ਨ ਦੀ, ਉਸ ਤੋਂ 80-90% ਹੀ ਪ੍ਰੋਡਿਊਸ ਕੀਤੀ ਜਾਂਦੀ ਹੈ ਬਿਜਲੀ। ਕਿ ਸਪੋਜ਼ ਕਰ ਲਓ ਕਿ ਕੋਈ 1000 ਮੈਗਾਵਾਟ ਦਾ ਕੋਈ ਪਲਾਂਟ ਹੈ ਤਾਂ ਉਸ ਦੇ ਵਿੱਚੋਂ 80-90% ਯਾਨੀ ਕਿ ਕਰੀਬ 800-850 ਮੈਗਾਵਾਟ ਹੀ ਪ੍ਰੋਡਿਊਸ ਕੀਤੀ ਜਾਏਗੀ। ਕਿ ਬਿਲਕੁਲ ਐਕਸਟ੍ਰੀਮ ਤੁਹਾਡੇ ਕੋਲ ਕੰਡੀਸ਼ਨ ਆ ਗਈ, ਤੁਸੀਂ 1000 ਤੇ ਲੈ ਕੇ ਜਾਂਦੇ ਹੋ, ਆਮ ਤੌਰ ਤੇ ਨਹੀਂ ਜਾਂਦੀ, ਜੋ ਬਿਜਲੀ ਮਾਹਰ ਸਾਨੂੰ ਦੱਸਦੇ ਨੇ। ਤਾਂ ਫਿਲਹਾਲ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਪੋਜੀਸ਼ਨ ਇਹ ਹੈ ਕਿ 3 ਦੇ ਵਿੱਚੋਂ 1 ਯੂਨਿਟ ਵਰਕਿੰਗ ਹੈ ਤੇ ਉਸ ਦੇ ਵਿੱਚ ਵੀ 475 ਮੈਗਾਵਾਟ ਹੀ ਬਿਜਲੀ ਦੀ ਪ੍ਰੋਡਕਸ਼ਨ ਹੋ ਰਹੀ ਹੈ। ਸਿੱਧਾ ਜਿਹਾ ਮਤਲਬ ਹੈ ਕਿ ਸਾਨੂੰ ਦਿੱਕਤ ਪੰਜਾਬੀਆਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਹੋ ਸਕਦੀ ਹੈ ਜੇ ਬਾਰਿਸ਼ ਨਹੀਂ ਹੁੰਦੀ। ਬਿਲਕੁਲ ਗੌਰਵ, ਕਿਉਂਕਿ ਮੌਸਮ ਦੇ ਉੱਪਰ ਹੀ ਇਸ ਵੇਲੇ ਪੂਰੀ ਤਰ੍ਹਾਂ ਆਸਵੰਦ ਨਜ਼ਰ ਆ ਰਹੇ ਨੇ ਬਿਜਲੀ ਮਹਿਕਮੇ, ਇਹ ਕਹਿ ਕੇ ਕਿ ਮੌਸਮ ਜਦੋਂ ਬਦਲੇਗਾ ਤਾਂ ਬਾਰਿਸ਼ ਹੋਵੇਗੀ ਤਾਂ ਉਸ ਨੂੰ ਜੋ ਹੈ ਲੋਕਾਂ ਨੂੰ ਰਾਹਤ ਮਿਲੇਗੀ। ਤਾਂ ਅੰਦਾਜ਼ਾ ਤਾਂ ਇਸ ਦੇ ਨਾਲ ਹੀ ਲਗਾਇਆ ਜਾ ਸਕਦਾ ਹੈ ਕਿ ਜਿਸ ਦੀ ਸਮਰੱਥਾ 1980 ਮੈਗਾਵਾਟ ਹੋਵੇ ਪਰ ਉਸ ਦੇ ਵਿੱਚੋਂ ਇਸ ਵੇਲੇ ਉਤਪਾਦਨ ਜੋ ਹੈ ਉਹ ਸਿਰਫ 475 ਮੈਗਾਵਾਟ ਦਾ ਹੋ ਰਿਹਾ ਹੋਵੇ ਤਾਂ ਸੰਕਟ ਕਿੰਨਾ ਗੰਭੀਰ ਹੈ, ਇਸ ਦਾ ਅੰਦਾਜ਼ਾ ਲਗਾਉਣਾ ਕੋਈ ਮੁਸ਼ਕਲ ਨਹੀਂ ਹੈ। ਸ਼ੁਕਰੀਆ ਗੌਰਵ ਫਿਲਹਾਲ ਇਸ तमाम ਜਾਣਕਾਰੀ ਦੇ ਲਈ। ਤਾਂ ਤਲਵੰਡੀ ਸਾਬੋ ਯੂਨਿਟ ਨੂੰ ਲੈ ਕੇ ਜੋ ਐਕਸਕਲੂਸਿਵ ਜਾਣਕਾਰੀ ਜਿਵੇਂ ਗੌਰਵ ਨੇ ਦੱਸਿਆ ਕਿ ਨਿਊਜ਼ 18 ਦੇ ਕੋਲ ਹੈ ਕਿ ਅਜੇ ਤੱਕ ਤਲਵੰਡੀ ਸਾਬੋ ਦਾ ਜੋ ਦੂਜਾ ਯੂਨਿਟ ਹੈ ਉਹ ਸ਼ੁਰੂ ਨਹੀਂ ਹੋਇਆ ਹੈ। ਬੋਇਲਰ ਦੇ ਵਿੱਚ ਲੀਕੇਜ ਦੀ ਵਜ੍ਹਾ ਕਰਕੇ ਯੂਨਿਟ ਬੰਦ ਪਿਆ ਸੀ, ਜਦਕਿ ਪਹਿਲਾ ਇੱਕ ਯੂਨਿਟ ਹੈ ਉਹ ਤਾਂ ਮਾਰਚ ਤੋਂ ਹੀ ਬੰਦ ਹੈ, ਯਾਨੀ ਕਿ ਉਹ ਤਾਂ 3 ਮਹੀਨੇ ਤੋਂ ਉੱਪਰ ਦਾ ਸਮਾਂ ਹੋਣ ਵਾਲਾ ਹੈ ਜਿੱਥੇ ਬੰਦ ਹੈ, ਪਰ ਦੂਸਰਾ ਬੰਦ ਹੋ ਗਿਆ ਲੀਕੇਜ ਦੇ ਕਰਕੇ। ਇਸ ਵੇਲੇ 3 ਦੇ ਵਿੱਚੋਂ ਸਿਰਫ 1 ਯੂਨਿਟ ਚੱਲ ਰਿਹਾ ਹੈ ਜਿਹੜਾ 475 ਮੈਗਾਵਾਟ ਬਿਜਲੀ ਹੀ ਇਸ ਵੇਲੇ ਮਤਲਬ ਯਾਨੀ ਕਿ ਉਤਪਾਦਨ ਹੋ ਰਹੀ ਹੈ ਤਲਵੰਡੀ ਸਾਬੋ ਪਲਾਂਟ ਦੇ ਵਿੱਚੋਂ, ਜਦਕਿ ਇਸ ਦੀ ਸਮਰੱਥਾ 1980 ਮੈਗਾਵਾਟ ਹੈ, ਯਾਨੀ ਕਿ 2000 ਦੇ ਕਰੀਬ ਸਮਰੱਥਾ ਹੈ। ਜੇਕਰ ਇਸ ਦੇ ਤਿੰਨੋਂ ਯੂਨਿਟ ਚੱਲਦੇ ਨੇ ਤਾਂ ਬਿਜਲੀ ਦੀ ਇੱਕ ਜੋ ਸਮੱਸਿਆ ਹੈ ਉਹ ਕਾਫੀ ਹੱਦ ਤੱਕ ਠੀਕ ਹੋ ਸਕਦੀ ਹੈ, ਕਾਫੀ ਹੱਦ ਤੱਕ ਦਰੁਸਤ ਹੋ ਸਕਦੀ ਹੈ। ਲੰਬੇ ਕੱਟ ਜੋ ਲੱਗ ਰਹੇ ਨੇ ਉਸ ਤੋਂ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ, ਪਰ ਉਹ ਰਾਹਤ ਕਦੋਂ ਮਿਲੇਗੀ, ਕਦੋਂ ਇਹ ਲੀਕੇਜ ਦੇ ਕਰਕੇ ਇਹ ਯੂਨਿਟ ਬੰਦ ਹੋਇਆ ਹੈ ਉਹ ਸ਼ੁਰੂ ਹੋਵੇਗਾ, ਜਾਂ ਫਿਰ ਜੋ ਪਹਿਲਾਂ ਤੋਂ ਹੀ ਖਰਾਬ ਪਿਆ ਸੀ 8 ਮਾਰਚ ਵਾਲਾ ਉਹ ਕਦੋਂ ਸ਼ੁਰੂ ਹੁੰਦਾ ਹੈ, ਜਾਂ ਫਿਰ ਮੌਸਮ ਦੇ ਉੱਪਰ ਹੀ ਇਸ ਵੇਲੇ ਬਿਜਲੀ ਮਹਿਕਮਾ ਪੂਰੀ ਤਰ੍ਹਾਂ ਡਿਪੈਂਡ ਰਹੇਗਾ। ਤਾਂ ਬਿਜਲੀ ਸੰਕਟ ਬਰਕਰਾਰ ਹੈ। ਬਿਜਲੀ ਸੰਕਟ ਕਰਕੇ ਇੰਡਸਟਰੀ ਤੇ ਵੱਡਾ ਅਸਰ ਪੈ ਰਿਹਾ ਹੈ। ਪੰਜਾਬ ਦੇ ਵੱਡੇ ਉਦਯੋਗਾਂ ਤੇ ਪਾਬੰਦੀ ਬਰਕਰਾਰ ਹੈ। ਅਜੇ 3 ਹੋਰ ਦਿਨ ਵੱਡੇ ਉਦਯੋਗ ਬੰਦ ਰਹਿਣਗੇ। ਸਰਕਾਰ ਨੇ 10 ਜੁਲਾਈ ਤੱਕ ਇਹ ਵੱਡੇ ਉਦਯੋਗ ਬੰਦ ਕੀਤੇ ਨੇ। ਬਿਜਲੀ ਦੀ ਡਿਮਾਂਡ ਵਧਣ ਕਰਕੇ ਫੈਸਲਾ ਲਿਆ ਗਿਆ, ਕਿਉਂਕਿ ਲਗਾਤਾਰ ਡਿਮਾਂਡ ਵਧ ਰਹੀ ਹੈ ਪਰ ਉਸ ਤਰੀਕੇ ਦੇ ਨਾਲ ਜੋ ਉਤਪਾਦਨ ਹੈ ਉਹ ਨਹੀਂ ਹੋ ਰਿਹਾ। ਪ੍ਰੋਡਕਸ਼ਨ ਘੱਟ ਹੋਈ ਹੈ, ਉਤਪਾਦਨ ਬਹੁਤ ਘੱਟ ਹੋ ਰਿਹਾ ਹੈ ਪਰ ਡਿਮਾਂਡ ਵਧ ਰਹੀ ਹੈ। ਇਸ ਵਧ ਰਹੀ ਡਿਮਾਂਡ ਨੂੰ ਦੇਖਦਿਆਂ ਹੋਇਆਂ ਸਰਕਾਰ ਦੇ ਵੱਲੋਂ ਪਹਿਲਾਂ ਇਹ ਫੈਸਲਾ ਲਿਆ ਕਿ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲ ਦਿੱਤਾ ਜਾਵੇ, ਉੱਥੇ ਏਸੀ ਚਲਾਉਣ ਤੇ ਮਨਾਹੀ ਕਰ ਦਿੱਤੀ ਗਈ ਤਾਂ ਜੋ ਬਿਜਲੀ ਨੂੰ ਬਚਾਇਆ ਜਾ ਸਕੇ। ਪਰ ਦੂਜਾ ਵੱਡਾ ਜੋ ਅਸਰ ਸੀ ਉਹ ਸਿੱਧੇ ਤੌਰ ਤੇ ਇੰਡਸਟਰੀ ਤੇ ਸੀ, ਕਿਉਂਕਿ ਇੰਡਸਟਰੀ ਪੂਰੀ ਤਰ੍ਹਾਂ ਬਿਜਲੀ ਤੇ ਨਿਰਭਰ ਹੈ। ਇਸ ਲਈ ਵੱਡੇ ਉਦਯੋਗਾਂ ਨੂੰ ਕਹਿ ਦਿੱਤਾ ਗਿਆ ਕਿ 10 ਜੁਲਾਈ ਤੱਕ ਬੰਦ ਰਹਿਣਗੇ, ਯਾਨੀ ਕਿ ਅਜੇ ਵੀ ਉੱਥੇ ਪਾਬੰਦੀ ਬਰਕਰਾਰ ਹੈ। ਨਪਿੰਦਰ ਬਰਾੜ ਸਾਡੇ ਸਹਿਯੋਗੀ ਜੁੜੇ ਹੋਏ ਨੇ। ਤਾਂ ਨਪਿੰਦਰ, ਬਿਜਲੀ ਸੰਕਟ ਬਰਕਰਾਰ ਹੈ, ਇੱਕ ਪਾਸੇ ਆਮ ਜਨਤਾ ਜੂਝ ਰਹੀ ਹੈ, ਸਵਾਲ ਇਹ ਹੈ ਕਿ ਕਦੋਂ ਉਹਨਾਂ ਨੂੰ ਰਾਹਤ ਮਿਲੇਗੀ ਲੰਬੇ ਕੱਟਾਂ ਤੋਂ, ਤਾਂ ਦੂਜੇ ਪਾਸੇ ਇੰਡਸਟਰੀ ਵੀ ਬੇਹਾਲ ਹੈ। ਕੀ ਕੁਝ ਜਾਣਕਾਰੀ ਹੈ? ਦੇਖੋ, ਬਿਲਕੁਲ ਝੋਨੇ ਦਾ ਸੀਜ਼ਨ ਹੈ, ਹਰ ਪਾਸੇ ਚੀਕਾਂ ਨਿਕਲੀਆਂ ਪਈਆਂ। ਕਿਸਾਨ ਜਿਹੜਾ ਪਹਿਲਾਂ ਤੋਂ ਦੁਖੀ ਚੱਲ ਰਿਹਾ, ਪਹਿਲਾਂ ਹੀ ਕਿਸਾਨ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹੈਗੇ, ਔਖੇ ਸੌਖੇ। ਪਹਿਲਾਂ ਡੀਜ਼ਲ ਦਾ ਰੇਟ ਤੁਸੀਂ ਦੇਖ ਲਓ, ਲਗਾਤਾਰ ਮਹਿੰਗਾਈ ਵੱਧਦੀ ਜਾ ਰਹੀ ਹੈ। ਤਾਂ ਐਸੇ ਹਾਲਾਤਾਂ ਦੇ ਵਿੱਚ ਕਿਵੇਂ ਨਾ ਕਿਵੇਂ ਕਰਕੇ ਉਹਨੂੰ ਆਏ ਆ ਵੀ ਝੋਨਾ ਮੇਰਾ ਲੱਗਦਾ ਹੋ ਜੇ। ਹਾਂ, ਬਿਜਲੀ, ਕਿਉਂਕਿ ਕਿਸਾਨ ਨੂੰ ਖੇਤ ਦੇ ਲਈ ਬਿਜਲੀ ਸਰਕਾਰ ਦੇ ਵੱਲੋਂ ਮੁਫਤ ਮਿਲਦੀ ਹੈ ਤਾਂ ਉਹਨੂੰ ਇਸੇ ਦਾ ਆਸਰਾ ਕਿ ਇਸ ਦੇ ਨਾਲ ਮੇਰਾ ਝੋਨਾ ਜਿਹੜਾ ਹੈਗਾ ਲੱਗਦਾ ਹੋ ਜੇ, ਪਰ ਬਿਜਲੀ ਨਹੀਂ ਮਿਲ ਰਹੀ। ਆਮ ਲੋਕ ਜਿਹੜੇ ਘਰਾਂ ਦੇ ਵਿੱਚ ਬੈਠੇ, ਜਿਹੜੇ ਸੋਚਦੇ ਚਲੋ ਗਰਮੀਆਂ ਬਾਹਰ ਨਾ ਜਾਓ, ਤੇ ਉਹ ਘਰੇ ਵੀ ਨਹੀਂ ਬਹਿ ਸਕਦੇ, ਘਰੇ ਬਿਜਲੀ ਨਹੀਂ ਹੈ। ਇੰਡਸਟਰੀ ਜਿਹਦੇ ਨਾਲ ਥੋੜ੍ਹਾ ਬਹੁਤਾ ਸੂਬੇ ਨੂੰ ਕਿਤੇ ਨਾ ਕਿਤੋਂ ਥੋੜ੍ਹਾ ਬਹੁਤਾ ਰੈਵਨਿਊ ਆਉਣਾ, ਥੋੜ੍ਹਾ ਬਹੁਤਾ ਜਿਹੜਾ ਸੂਬਾ ਚਲਾਉਣ ਜੋਗੇ ਹੋਣਾ, ਜਾਂ ਸੂਬੇ ਦੀਆਂ ਹੋਰ ਲੋੜਾਂ ਜਿਹੜੀਆਂ ਪੂਰੀਆਂ ਹੋਣੀਆਂ ਨੇ, ਇੰਡਸਟਰੀ ਨੂੰ ਪੈਰਾਂ 'ਤੇ ਖੜੇ ਰੱਖਣਾ, ਕਿਉਂਕਿ ਪਹਿਲੇ ਲੋਕਡਾਊਨ ਨੇ ਇੰਡਸਟਰੀ ਦਾ ਬਹੁਤ ਬੁਰਾ ਹਾਲ ਕੀਤਾ ਹੋਇਆ। ਉਹ ਇੰਡਸਟਰੀ ਕਿੱਦਾਂ ਚੱਲੂਗੀ? ਬਿਜਲੀ ਨਾਲ। ਇੰਡਸਟਰੀ ਬੰਦ ਕਰਨ ਦੇ ਆਰਡਰ ਨੇ, ਇੰਡਸਟਰੀ ਚੱਲ ਨਹੀਂ ਸਕਦੀ। ਪਰ ਕਹਾਣੀ ਇਹ ਹੈ ਕਿ ਇੰਡਸਟਰੀ ਬੰਦ ਕਰਕੇ ਵੀ ਨਾ ਤਾਂ ਖੇਤਾਂ ਨੂੰ ਬਿਜਲੀ ਮਿਲ ਪਾ ਰਹੀ ਹੈ, ਨਾ ਆਮ ਲੋਕਾਂ ਨੂੰ ਬਿਜਲੀ ਮਿਲ ਪਾ ਰਹੀ ਹੈ। ਕਿਉਂਕਿ ਤੁਹਾਡੇ ਕੋਲੇ ਬਿਜਲੀ ਹੈ ਹੀ ਨਹੀਂ ਹੈ, ਤੁਹਾਡੇ ਕੋਲੇ ਬਿਜਲੀ ਪੈਦਾ ਨਹੀਂ ਹੋ ਰਹੀ ਹੈ। ਜਿਸ ਤਰ੍ਹਾਂ ਹੁਣੇ ਸਾਡੇ ਸਹਿਯੋਗੀ ਗੌਰਵ ਸ਼ੁਕਲਾ ਦੱਸ ਰਹੇ ਸੀ ਕਿ ਜਿਹੜਾ ਤਲਵੰਡੀ ਸਾਬੋ ਦਾ ਇੱਕ ਪਲਾਂਟ ਹੈ, ਇੱਕ ਯੂਨਿਟ ਹੈ, ਉਹ ਮਾਰਚ 'ਚ ਬੰਦ ਹੋ ਗਿਆ ਸੀ, 8 ਮਾਰਚ ਤੋਂ। ਤਾਂ 4 ਮਹੀਨੇ ਕੀ, ਹਾਲਾਂਕਿ ਟੈਕਨੀਕਲੀ ਇਸ ਦਾ ਜਵਾਬ ਥਰਮਲ ਵਾਲੇ ਦੇਣਗੇ ਜਾਂ ਸਰਕਾਰ ਦੇਵੇਗੀ, ਕਿ 4 ਮਹੀਨੇ ਆਰਾਮ ਨਾਲ ਸੁੱਤੇ ਪਏ ਸੀ, ਕਿ ਉਹਨਾਂ ਨੂੰ ਲੱਗਦਾ ਸੀਗਾ ਕਿ 2 ਯੂਨਿਟ ਹੈ ਜਿਹੜੇ ਉਹ ਸਾਡੇ ਬਿਜਲੀ ਪੂਰੀ ਪੈਦਾ ਕਰਦੇ ਰਹਿਣਗੇ ਤੇ ਪੰਜਾਬ ਨੂੰ ਸਮੱਸਿਆ ਨਹੀਂ ਆਏਗੀ, ਫਿਕਸ ਚਾਰਜ ਸਾਨੂੰ ਮਿਲ ਹੀ ਜਾਣੇ ਨੇ।
ਕੀ ਇਹ ਸੋਚ ਕੇ ਬੈਠੇ ਸੀ ਅਗਰ 4 ਮਹੀਨੇ ਤੋਂ ਪਲਾਂਟ ਬੰਦ ਹੈ ਤਾਂ 4 ਮਹੀਨੇ ਤੋਂ ਉਸ ਪਲਾਂਟ ਨੂੰ ਚਲਾਉਣ ਦੇ ਲਈ ਕੋਸ਼ਿਸ਼ ਕਿਉਂ ਨਹੀਂ ਹੋਈ? ਅੱਜ ਜੇ ਉਹ ਪਲਾਂਟ ਚੱਲਦਾ ਹੁੰਦਾ ਤਾਂ ਜਿਹੜਾ ਦੂਜਾ ਨਵਾਂ ਪਲਾਂਟ ਬੰਦ ਹੋਇਆ ਲੀਕੇਜ ਦੇ ਚੱਲਦਿਆਂ ਤਾਂ ਸ਼ਾਇਦ ਅੱਜ ਇਹਦੀ ਜਗ੍ਹਾ ਤੇ ਅਲਟਰਨੇਟ ਤੌਰ ਤੇ ਉਹਨੂੰ ਵਰਤਿਆ ਜਾ ਸਕਦਾ ਸੀ। ਕਿਤੇ ਨਾ ਕਿਤੇ ਬੜੀਆਂ ਵੱਡੀਆਂ ਕਮੀਆਂ ਨੇ, ਪਰ ਇਹ ਕਮੀਆਂ ਅੱਜ ਜ਼ਰੂਰ ਚਰਚਾ ਹੋ ਰਹੀ ਹੈ। ਪਰ ਜਿੱਦਾਂ ਹੀ ਇਹ ਸੰਕਟ ਇੱਕ ਵਾਰੀ ਥੋੜਾ ਬਹੁਤਾ ਮਸਲੇ ਦਾ ਹੱਲ ਹੋਵੇਗਾ ਉਸ ਤੋਂ ਬਾਅਦ ਕਿਸੇ ਨੇ ਇਹ ਪੜਤਾਲ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਕਿ ਇੱਥੇ ਨਲਾਇਕੀ ਸੀ ਜਾਂ ਫਿਰ ਚਲਾਕੀ ਸੀ। ਆਖਿਰ ਕਿਉਂ ਇਹ ਸਮੱਸਿਆ ਜਿਹੜੀ ਪੰਜਾਬ ਤੇ ਆਣ ਪਈ ਹੈ? ਦੂਜੀ ਗੱਲ, ਸਿਆਸਤ ਜ਼ੋਰਾਂ ਤੇ ਹੈ। ਪੰਜਾਬ ਦੇ ਲੋਕਾਂ ਨੇ ਸਿਆਸਤ ਨਾਲ ਘਰ ਨਹੀਂ ਚਲਾਉਣਾ, ਪੰਜਾਬ ਦੇ ਲੋਕਾਂ ਨੇ ਰੋਟੀ ਨਾਲ ਆਪਦਾ ਗੁਜ਼ਾਰਾ ਕਰਨਾ ਹੈ। ਰੋਟੀ ਕਿੱਥੋਂ ਆਉਣੀ ਹੈ? ਜੇ ਉਹਨਾਂ ਦੇ ਫਸਲ ਬੀਜੀ ਜਾਊਗੀ, ਜੇ ਉਦਯੋਗ ਚੱਲੂਗਾ, ਜੇ ਕਾਰੋਬਾਰ ਚੱਲੂਗਾ। ਉਹ ਚੱਲ ਨਹੀਂ ਰਿਹਾ ਕਿਉਂਕਿ ਬਿਜਲੀ ਬੰਦ ਹੈ। ਦੇਖੋ, ਸੱਤਾਧਿਰ ਕਹਿੰਦੀ ਹੈ ਕਿ ਅੱਜ ਸੰਕਟ ਪੈ ਗਿਆ, ਪਿਛਲੀ ਸਰਕਾਰ ਨੇ ਬੋਝ ਪਾਤਾ ਸੀ ਖਜ਼ਾਨੇ ਦਾ। ਖਜ਼ਾਨਾ ਵੱਖਰੀ ਗੱਲ ਹੈ, ਬੇਸ਼ੱਕ ਪਾਵਰ ਐਗਰੀਮੈਂਟ ਤੇ ਸਵਾਲ ਉੱਠ ਰਹੇ ਨੇ, ਉਹ ਵੱਖਰੀ ਚੀਜ਼ ਹੈ। ਪਰ ਅੱਜ ਬਿਜਲੀ ਦਾ ਪਾਵਰ ਐਗਰੀਮੈਂਟ ਕਰਨ ਦੇ ਬਾਵਜੂਦ ਵੀ ਨਹੀਂ ਮਿਲ ਰਹੀ। ਬਿਜਲੀ ਤਾਂ ਮਹਿੰਗੇ ਭਾਅ ਤੇ ਵੀ ਨਹੀਂ ਮਿਲ ਰਹੀ। ਅੱਜ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਤਾਂ ਵੀ ਨਹੀਂ ਮਿਲ ਰਹੀ। ਲੋਕ ਬਿੱਲ ਭਰਨ ਲਈ ਤਿਆਰ ਨੇ, ਪਰ ਸਰਕਾਰ ਉਹਨਾਂ ਐਗਰੀਮੈਂਟਾਂ ਦਾ ਹੁਣ ਹਵਾਲਾ ਦੇਣ ਲੱਗ ਗਈ ਕਿ 122 ਐਗਰੀਮੈਂਟਾਂ ਤੋਂ ਬਿਨਾਂ ਸਰ ਸਕਦਾ ਸੀ, ਇਹਦਾ ਰਿਵਿਊ ਹੋਏਗਾ। ਦੂਜੇ ਪਾਸੇ ਚਾਹੇ ਤੁਸੀਂ ਆਮ ਆਦਮੀ ਪਾਰਟੀ ਲੈ ਲਓ, ਕਹਿੰਦੇ ਜੋ ਸੱਤਾ ਚਾਹਾਂਗੇ ਅਸੀਂ ਐਗਰੀਮੈਂਟ ਰੱਦ ਕਰ ਦਿਆਂਗੇ। ਸੁਖਬੀਰ ਸਿੰਘ ਬਾਦਲ ਸਾਹਮਣੇ ਆਉਂਦੇ ਨੇ ਕਿ ਜਦੋਂ ਅਸੀਂ ਸਮਝੌਤੇ ਕੀਤੇ ਸੀ ਸਭ ਤੋਂ ਸਸਤੇ ਕੀਤੇ ਸੀ ਔਰ ਸਭ ਤੋਂ ਸਸਤੀ ਬਿਜਲੀ ਪੰਜਾਬ ਨੂੰ ਮਿਲ ਰਹੀ ਹੈ। ਪੰਜਾਬ ਨੂੰ ਅਗਰ ਸਭ ਤੋਂ ਸਸਤੀ ਬਿਜਲੀ ਮਿਲ ਰਹੀ ਹੈ ਤਾਂ ਪੰਜਾਬ ਦੇ ਲੋਕਾਂ ਦੀ ਜੇਬ ਨੂੰ ਕਿਉਂ ਇੰਨੀ ਵੱਡੀ ਕੈਂਚੀ ਫਿਰ ਰਹੀ ਹੈ? ਕੈਂਚੀ ਫਿਰਨ ਦੇ ਬਾਵਜੂਦ ਬਿਜਲੀ ਮਿਲ ਨਹੀਂ ਰਹੀ। आखिर कमी कितने? ਅੱਜ ਲੋਕ ਇਹ ਬਿਆਨ ਨਹੀਂ ਸੁਣਨਾ ਚਾਹੁੰਦੇ। ਤੌਰ ਤੇ ਸਿਆਸਤ ਹੋ ਰਹੀ ਹੈ, ਪਰ ਲੋਕ ਇਸ ਵੇਲੇ ਇਹੀ ਜਾਣਨਾ ਚਾਹੁੰਦੇ ਨੇ ਕਿ ਆਖਿਰਕਾਰ ਉਹਨਾਂ ਨੂੰ ਰਾਹਤ ਕਦੋਂ ਮਿਲੇਗੀ? ਇਸ ਗਰਮੀ ਦੇ ਮੌਸਮ ਦੇ ਵਿੱਚ ਬਿਹਾਲ ਜੋ ਲੋਕ ਨੇ ਉਹਨਾਂ ਨੂੰ ਪੂਰੀ ਬਿਜਲੀ ਕਦੋਂ ਮਿਲੇਗੀ? ਲੰਬੇ ਕੱਟਾਂ ਤੋਂ ਕਦੇ ਰਾਹਤ ਮਿਲੇਗੀ? ਕਿਉਂਕਿ ਬੜੇ ਸਾਰੇ ਸ਼ਹਿਰ ਨੇ ਜਿੱਥੇ ਰਾਤ ਤੋਂ ਹੀ ਬਿਜਲੀ ਅਜੇ ਨਹੀਂ ਆਈ ਹੈ। ਸ਼ੁਕਰੀਆ ਨਪਿੰਦਰ ਫਿਲਹਾਲ ਇਸ तमाम ਜਾਣਕਾਰੀ ਦੇ ਲਈ। ਤਾਂ ਬਿਜਲੀ ਸੰਕਟ ਬਰਕਰਾਰ ਹੈ, ਇਸ ਦਾ ਇੰਡਸਟਰੀ ਤੇ ਵੀ ਵੱਡਾ ਅਸਰ ਪੈ ਰਿਹਾ ਹੈ, ਵੱਡੇ ਉਦਯੋਗਾਂ ਤੇ ਪਾਬੰਦੀ ਬਰਕਰਾਰ ਹੈ। 3 ਦਿਨ ਹੋਰ ਅਜੇ ਵੱਡੇ ਉਦਯੋਗ ਬੰਦ ਰਹਿਣ। सरकार ने 10 जुलाई तक ये वड्डे उद्योग बंद किए ने। बिजली की डिमांड वधन करके फैसला लिया गया है, पर दूजे पासे कई शहरों के विच बिजली नहीं आ रही है, लोग परेशान ने। इस सब दे विचाले तलवंडी साबो दा जो यूनिट है वो अजे तक दूजा यूनिट शुरू नहीं होया है। बॉयलर च लीकेज की वजह करके यूनिट बंद है। अजिहे च अजे लोगों को गर्मी तो ते इस बिजली के संकट तो राहत मिलती नजर नहीं आ रही। ਤਾਂ ਬਿਜਲੀ ਦੇ ਕੱਟਾਂ ਤੋਂ ਲੋਕ ਪਰੇਸ਼ਾਨ ਨੇ। ਉਧਰ ਮਲੋਟ ਦੇ ਵਿੱਚ ਬਿਜਲੀ ਦੇ ਕੱਟਾਂ ਤੋਂ ਭੜਕੇ ਲੋਕਾਂ ਨੇ ਪ੍ਰਦਰਸ਼ਨ ਕੀਤਾ। ਕੱਲ ਰਾਤ ਤੋਂ ਹੀ ਇੱਥੇ ਬਿਜਲੀ ਨਹੀਂ ਆਈ ਤੇ ਭੜਕੇ ਲੋਕਾਂ ਨੇ ਬਿਜਲੀ ਗ੍ਰਿਡ ਨੂੰ ਘੇਰਾ ਪਾ ਲਿਆ ਤੇ ਧਰਨਾ ਲਗਾ ਕੇ ਰੋਡ ਜਾਮ ਕਰ ਦਿੱਤਾ। ਲੋਕ ਕਹਿੰਦੇ ਨੇ ਕਿ ਪਰੇਸ਼ਾਨ ਨੇ, ਇੱਕ ਪਾਸੇ ਸਾਰਾ ਦਿਨ ਕੰਮ ਕਰਦੇ ਨੇ ਤੇ ਸ਼ਾਮ ਨੂੰ ਜਦੋਂ ਘਰ ਆਉਂਦੇ ਨੇ ਤੇ ਜਦੋਂ ਆ ਕੇ ਦੇਖਦੇ ਨੇ ਕਿ ਲਾਈਟ ਨਹੀਂ ਹੈ, ਪੱਖਾ ਨਹੀਂ ਚੱਲ ਰਿਹਾ ਹੈ, ਬੱਤੀ ਨਹੀਂ ਆ ਰਹੀ ਹੈ, ਤੇ ਅਜਿਹੇ ਦੇ ਵਿੱਚ ਹੋਰ ਵੀ ਜ਼ਿਆਦਾ ਮੁਸ਼ਕਿਲਾਂ ਹੋ ਜਾਂਦੀਆਂ ਨੇ। ਰਸੋਈ ਤੋਂ ਲੈ ਕੇ ਆਮ ਲੋਕਾਂ ਨੂੰ ਸੌਣ ਦੇ ਵਿੱਚ ਬੜੀ ਪਰੇਸ਼ਾਨੀ ਆ ਰਹੀ ਹੈ। ਇਸ ਦੇ ਲਈ ਪ੍ਰਦਰਸ਼ਨ ਕੀਤਾ ਗਿਆ ਮਲੋਟ ਦੇ ਵਿੱਚ ਬਿਜਲੀ ਦੇ ਕੱਟਾਂ ਤੋਂ ਭੜਕੇ ਲੋਕਾਂ ਦੇ ਵੱਲੋਂ। ਕਈ ਤਸਵੀਰਾਂ ਮਲੋਟ ਦੀਆਂ ਤੁਸੀਂ ਦੇਖ ਰਹੇ ਹੋ, ਜਿੱਥੇ ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਲੋਕਾਂ ਨੇ ਗ੍ਰਿਡ ਨੂੰ ਵੀ ਘੇਰਾ ਪਾਇਆ ਤੇ ਪ੍ਰਦਰਸ਼ਨ ਵੀ ਕੀਤਾ। ਚੇਤਨਪੁਰਾ ਸਾਡੇ ਸਹਿਯੋਗੀ ਮਲੋਟ ਤੋਂ ਜ਼ਿਆਦਾ ਜਾਣਕਾਰੀ ਲਈ ਜੁੜੇ ਨੇ। ਤਾਂ ਚੇਤਨ, ਜ਼ਾਹਿਰ ਜੀ ਗੱਲ ਹੈ ਕਿ ਜਦੋਂ ਲੰਬੇ ਲੰਬੇ ਕੱਟ ਬਿਜਲੀ ਦੇ ਲੱਗਣਗੇ ਤਾਂ ਲੋਕਾਂ ਦਾ ਗੁੱਸਾ ਤਾਂ ਬਾਹਰ ਆਣਾ ਲਾਜ਼ਮੀ ਹੈ। ਫਿਲਹਾਲ ਸਥਿਤੀ ਕਿਸ ਤਰ੍ਹਾਂ ਦੀ ਹੈ, ਕੀ ਕਹਿ ਰਿਹਾ ਹੈ ਬਿਜਲੀ ਵਿਭਾਗ? ਜੀ ਕੱਲ ਰਾਤ ਤੋਂ ਜਿਹੜਾ 2-3 ਪਿੰਡਾਂ ਦੇ ਵਿੱਚ ਜਿਹੜਾ ਰਾਤ ਨੂੰ ਜਿਹੜਾ ਲੰਮਾ ਕੱਟ ਲੱਗ ਗਿਆ ਸੀਗਾ, ਉਹਦੇ ਵਿਰੋਧ ਵਿੱਚ ਜਿਹੜੇ ਰਾਤ ਨੂੰ ਵੀ ਜਿਹੜੇ ਪਿੰਡਾਂ ਦੇ ਲੋਕ ਜਿਹੜੇ ਬਿਜਲੀ ਘਰ ਤੇ ਜਮਾ ਹੋਏ ਸੀਗੇ, ਉੱਥੇ ਕੋਈ ਬੰਦਾ ਨਹੀਂ ਮਿਲਣ ਕਰਕੇ ਉਹ ਕਹਿੰਦੇ ਸਾਡੇ ਕੋਲ ਰਾਤ ਨੂੰ ਕੋਈ ਬੰਦਾ ਕੰਮ ਕਰਨ ਵਾਲਾ ਹੈ ਨਹੀਂ ਇੱਥੇ, ਜਿਹੜਾ ਕੋਈ ਲੱਗਿਆ ਕੱਟ ਆ ਸਵੇਰੇ ਜਿਹੜਾ ਆਊਗਾ ਜਿੱਥੇ ਲਾਈਨ ਖਰਾਬ ਹੋਈ ਹੈ। ਉਸ ਨੂੰ ਲੈ ਕੇ ਜਿਹੜਾ ਸਵੇਰੇ ਹੀ ਜਿਹੜਾ ਨੈਸ਼ਨਲ ਹਾਈਵੇ ਜਿਹੜੀ ਆਪਣੇ ਫਾਇਲਕਾ ਤੋਂ ਜਿਹੜੀ ਜਾਂਦੀ ਹੈ ਦਿੱਲੀ ਨੂੰ, ਇਹਦੇ ਉੱਤੇ ਜਿਹੜੀ ਅਬਲਖਾਨਾ ਪਿੰਡ ਦੇ ਸਾਹਮਣੇ ਗ੍ਰਿਡ ਹੈ ਜੀ, ਗ੍ਰਿਡ ਦੇ ਸਾਹਮਣੇ ਜਿਹੜਾ ਨੈਸ਼ਨਲ ਹਾਈਵੇ ਦਾ ਜਾਮ ਕਰਕੇ ਧਰਨਾ ਲਾ ਦਿੱਤਾ ਗਿਆ। ਧਰਨਾ ਲੱਗਣ ਤੋਂ ਬਾਅਦ ਜਿਹੜਾ ਐਸਡੀਓ ਹੈ ਮੌਕੇ ਤੇ ਪਹੁੰਚੇ, ਉਹਨਾਂ ਨੇ ਲੋਕਾਂ ਨੂੰ ਆਸ਼ਵਾਸਨ ਦਵਾਇਆ 2 ਘੰਟਿਆਂ ਬਾਅਦ ਵੀ ਜਿਹੜੇ ਹੁਣ ਲਾਈਟ ਹੈ ਤੁਹਾਡੇ ਇੱਕ ਬੰਦਾ ਪ੍ਰਾਈਵੇਟ ਅਸੀਂ ਇਹਦੇ ਵਿੱਚ ਰੱਖ ਲਾਂਗੇ ਗ੍ਰਿਡ ਦੇ ਵਿੱਚ। ਜਿਹੜੇ ਰੈਗੂਲਰ ਬੰਦੇ ਆ ਉਹ ਸਾਡੇ ਕੋਲ ਬਹੁਤ ਘੱਟ ਹੈ, ਜਿਹੜੇ 65 ਬੰਦੇ ਦਾ ਸਟਾਫ ਚਾਹੀਦਾ ਉੱਥੇ ਸਾਡੇ ਕੋਲ ਸਿਰਫ 11 ਬੰਦੇ ਹੀ ਕੰਮ ਕਰ ਰਹੇ ਆ, ਇਸ ਕਰਕੇ ਰਾਤ ਨੂੰ ਸਟਾਫ ਨਹੀਂ ਹੁੰਦਾ। ਅਸੀਂ ਇੱਕ ਪ੍ਰਾਈਵੇਟ ਬੰਦਾ ਇੱਥੇ ਰੱਖ ਲਾਂਗੇ, ਜੋ ਵੀ ਜੇ ਲਾਈਟ ਜਿਹੜੀ ਪਿੱਛੋਂ ਆਊਗੀ ਉਹ ਤੁਹਾਨੂੰ ਪ੍ਰੋਪਰ ਦੇ ਤੌਰ ਤੇ ਦਿੱਤਾ ਜਾਊਗਾ। ਇਸ ਤੋਂ ਬਾਅਦ ਜਿਹੜਾ ਹੁਣੀ ਜਿਹੜਾ ਇਹ ਧਰਨਾ ਇਸ ਤੋਂ ਜਿਹੜਾ ਚੱਕਿਆ ਗਿਆ ਤਾਂ ਲੋਕਾਂ ਨੂੰ ਭਰੋਸਾ ਫਿਲਹਾਲ ਦੇ ਕੇ ਧਰਨਾ ਚੁਕਵਾ ਲਿਆ ਗਿਆ ਹੈ, ਪਰ ਇਹ ਭਰੋਸਾ ਕਿੰਨੀ ਦੇਰ ਤੱਕ ਰਹਿੰਦਾ ਹੈ ਦੇਖਣਾ ਹੋਵੇਗਾ। ਚੇਤਨ, ਸ਼ੁਕਰੀਆ ਫਿਲਹਾਲ ਇਸ ਪੂਰੀ ਜਾਣਕਾਰੀ ਦੇ ਲਈ। ਤਾਂ ਮਲੋਟ ਦੇ ਵਿੱਚ ਲੋਕਾਂ ਦੇ ਵੱਲੋਂ ਭੜਕੇ ਲੋਕਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ, ਬਿਜਲੀ ਗ੍ਰਿਡ ਨੂੰ ਘੇਰਾ ਪਾ ਲਿਆ ਗਿਆ, ਪਰ ਹੁਣ ਇੱਥੇ ਬਿਜਲੀ ਵਿਭਾਗ ਨੇ ਪਹੁੰਚ ਕੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਬਿਜਲੀ ਆਵੇਗੀ, ਜਿਸ ਤੋਂ ਬਾਅਦ ਇਹ ਧਰਨਾ ਖਤਮ ਕੀਤਾ ਗਿਆ ਹੈ।